गुड मॉर्निंग 9th क्लास स्टूडेंट। ਤੁਹਾਡੀ ਨਿਊ ਬੁੱਕ ਜਿਹੜੀ ਤੁਹਾਡਾ ਸਿਲੇਬਸ ਚੇਂਜ ਹੋਇਆ ਉਹਦੇ 'ਚ ਫਸਟ ਲੈਸਨ ਆ ਸੰਚਾਰ ਹੁਨਰ ਕਮਿਊਨੀਕੇਸ਼ਨਸ। ਸਭ ਤੋਂ ਪਹਿਲਾਂ ਤੁਹਾਡਾ ਹੈਗਾ ਵਾ ਸੰਚਾਰ ਹੁਨਰ ਕੀ ਹੈ। ਸ਼ਬਦ ਸੰਚਾਰ ਲਤੀਨੀ ਭਾਸ਼ਾ ਤੋਂ ਆਇਆ ਹੈ। ਸ਼ਬਦ ਕਮਿਊਨੀਕੇਸ਼ਨ ਜਿਸ ਦਾ ਅਰਥ ਹੈ ਸਾਂਝ ਕਰਨਾ, ਭਾਵ ਆਪਾਂ ਆਪਣੇ ਵਿਚਾਰਾਂ ਨੂੰ ਆਪਣੇ ਸ਼ਬਦਾਂ ਨੂੰ ਕਿਵੇਂ ਸਾਂਝਾ ਕਰਨਾ ਵਾ। ਚਿੱਤਰ 1.1 ਜਿਹੜਾ ਕਿ ਤੁਸੀਂ ਥੱਲੇ ਦੇਖ ਰਹੇ ਹੋ, ਚਿੱਤਰ ਦੀ ਸਾਂਝ ਕਰਨਾ ਹੈ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਜਾਂ ਇੱਕ ਸਮੂਹ ਦੇ ਅੰਦਰ ਜਾਣਕਾਰੀ ਇੱਕ ਆਮ ਸਮਝ ਦੇ ਲਈ ਪਹੁੰਚਣ ਲਈ ਹੈ। ਵੀ ਕਿ ਕਿੱਦਾਂ ਇਹਦੇ ਵਿੱਚ ਦੇਖੋ, ਜਿਵੇਂ ਨੀਚੇ ਆਸਕਿੰਗ ਫॉर ਇਨਫੋਰਮੇਸ਼ਨ ਦੇ ਵਿੱਚ ਪੁੱਛਿਆ ਗਿਆ ਹੈ। ਜਿਵੇਂ ਜਿਹੜਾ ਸਭ ਤੋਂ ਪਹਿਲਾਂ ਕੀ ਆ, ਜਿਵੇਂ ਹੁਣ ਕਿਸੇ ਨੇ ਇਨਫੋਰਮੇਸ਼ਨ ਜਿਹੜੀ ਆਪਾਂ ਦਿੱਤੀ ਆ, ਵੇ ਆਰ ਯੂ ਗੋਇੰਗ। ਜਿਵੇਂ ਮੈਂ ਕਿਸੇ ਨੂੰ ਪੁੱਛ ਰਹੀ ਹਾਂ ਕਿ ਤੁਸੀਂ ਕਿੱਥੇ ਹੋ, ਤਾਂ ਅਗਲੇ ਨੇ ਅੱਗੋਂ ਕੋਈ ਆਨਸਰ ਦੇ ਰਿਹਾ ਐਮ ਗੋਇੰਗ ਹੋਮ, ਵੀ ਮੈਂ ਘਰ ਜਾ ਰਿਹਾ ਵਾਂ। ਮਤਲਬ ਕੀ ਆ, ਆਪਾਂ ਜਿਹੜਾ ਸ਼ਬਦਾਂ ਨੂੰ ਵਿਚਾਰਾਂ ਨੂੰ ਇੱਕ ਦੂਜੇ ਦੇ ਨਾਲ ਕਿੱਦਾਂ ਸਾਂਝੇ ਕਰਨਾ ਵਾ। ਸੰਚਾਰ ਦੀ ਮਹੱਤਤਾ ਕੀ ਹੈ। ਸਪਸ਼ਟ ਤੌਰ 'ਤੇ ਸੰਚਾਰ ਕਰਨ ਅਤੇ ਵਿਚਾਰਾਂ ਨੂੰ ਸਾਂਝ ਕਰਨ ਦੀ ਤੁਹਾਡੀ ਯੋਗਤਾ, ਭਾਵਨਾਵਾਂ ਅਤੇ ਵਿਚਾਰ ਤੁਹਾਡੇ ਸਾਰੇ ਸੰਬੰਧਾਂ ਵਿੱਚ ਸਹਾਇਤਾ ਕਰ। ਉਦਾਹਰਨ ਦੇ ਤੌਰ ਦੇ ਲਈ, ਜੇਕਰ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ ਜਾਂ ਤੁਹਾਡੇ ਬਾਰੇ ਜਾਣਕਾਰੀ ਦੇ ਰਹੇ ਹੋ ਤਾਂ ਸੰਚਾਰ ਦੁਆਰਾ ਦੂਜਿਆਂ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ। ਸੰਚਾਰ ਮਹਾਰਤਾਂ ਦੀ ਜ਼ਰੂਰਤ ਹੈ। ਨੰਬਰ 1, ਜਾਣਕਾਰੀ। ਤੁਹਾਨੂੰ ਤੱਥ ਦੇਣ ਦੀ ਲੋੜ ਹੋ ਸਕਦੀ ਹੈ ਜਾਂ ਕਿਸੇ ਨੂੰ ਜਾਣਕਾਰੀ। ਉਦਾਹਰਨ ਦੇ ਲਈ, ਇੱਕ ਪ੍ਰੀਖਿਆ ਦੇ ਟਾਈਮ ਟੇਬਲ ਨੂੰ ਸੰਚਾਰੀ ਦੇ ਨਾਲ ਜਾਂ ਦੋਸਤ ਦੇ ਨਾਲ ਸਾਂਝਾ ਕਰਨਾ, ਭਾਵ ਜਾਣਕਾਰੀ ਦੇ ਲਈ। ਜਿਵੇਂ ਜਿਹੜੀ ਚੀਜ਼ ਮੈਨੂੰ ਪਤਾ, ਮੈਂ ਤੁਹਾਨੂੰ ਉਹ ਚੀਜ਼ ਬਾਰੇ ਦੱਸ ਰਹੀ ਹਾਂ, ਉਸ ਬਾਰੇ ਆਪਦਾ ਜਿਹੜਾ ਸੰਚਾਰ ਕੀ ਆ, ਮੈਂ ਉਹਨੂੰ ਜਾਣਕਾਰੀ ਤੁਹਾਨੂੰ ਦੇ ਰਹੀ ਹਾਂ, ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਭਾਵ ਕਿਸੇ ਨੂੰ ਅਸਿੱਧੇ ਪਰ ਆਮ ਤੌਰ 'ਤੇ ਬਦਲਣਾ ਮਹੱਤਵਪੂਰਨ ਤਰੀਕਾ ਹੈ। ਜਿਵੇਂ ਕਿ ਕਿਸੇ ਦੁਕਾਨਦਾਰ ਨਾਲ ਗੱਲਬਾਤ ਕਰਨਾ, ਕੀਮਤ ਨੂੰ ਘਟਾਉਣਾ ਜਾਂ ਕਿਸੇ ਦੋਸਤ ਦੀ ਮਦਦ ਕਰਨ ਦੇ ਲਈ, ਇਮਤਿਹਾਨ ਜਾਂ ਕਿਸੇ ਹੋਰ ਕਾਰਨ ਕਰਕੇ ਤਣਾਅ ਨੂੰ ਦੂਰ ਕਰਨ ਦੇ ਲਈ। ਇਹਦੇ ਵਿੱਚ ਤੁਹਾਡੇ ਵਿਕਲਪੀ ਕੁਐਸਚਨਸ ਆਉਣਗੇ। ਸੰਚਾਰ ਦਾ ਮਕਸਦ ਕੀ ਹੈ। ਇਹਦੇ ਨੀਚੇ ਆਪਸ਼ਨਸ ਦਿੱਤੇ ਆ। ਸੂਚਿਤ ਕਰੇ, ਕਿਸੇ ਨੂੰ ਦੱਸੇ। ਜਿਵੇਂ ਆਪਾਂ ਸੂਚਿਤ ਕਰਨਾ ਵੀ, ਜਿਵੇਂ ਹੁਣ ਮੈਂ ਕਿਸ ਨੂੰ ਦੱਸਿਆ, ਜਿਵੇਂ ਕਿਸ ਨੇ ਕਿਸ ਨੂੰ ਜਿਹੜੀ ਗੱਲ ਦੱਸੀ ਆ। ਨੰਬਰ 2, ਪ੍ਰਭਾਵ। ਕਿਸੇ ਨੂੰ ਕੁਝ ਅਜਿਹਾ ਕਰਨ ਦੇ ਲਈ ਜੋ ਤੁਸੀਂ ਚਾਹੁੰਦੇ ਹੋ। ਵਿਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਕਰਨਾ ਜਾਂ ਅਪਰੋਕ੍ਰਿਤ। ਮਤਲਬ ਸੰਚਾਰ ਦੇ ਵਿੱਚ ਆਪਾਂ ਕੋਈ ਵੀ ਸ਼ਬਦ ਕਿਸੇ ਨੂੰ ਵੀ ਕਹਿੰਦੇ ਹਾਂ ਅਤੇ ਉਹਦੇ ਵਿੱਚ ਕੀ ਹੁੰਦਾ ਵਾ, ਇਹੋ ਜਿਹੇ ਵਿਚਾਰ ਹੁੰਦੇ ਜਿਹੜੇ ਆਪਾਂ ਦੂਜਿਆਂ ਨੂੰ ਦੱਸਣਾ ਚਾਹੁੰਦੇ ਹਾਂ। ਉਹਦੇ ਵਿੱਚ ਆਪਣੇ ਵਿਚਾਰ ਹੁੰਦੇ, ਆਪਣੀਆਂ ਭਾਵਨਾਵਾਂ ਹੁੰਦੀਆਂ ਹਨ। ਭਾਵ ਕੀ ਹੈ, ਸੰਚਾਰ ਦਾ ਮਕਸਦ ਦੇ ਵਿੱਚ ਇਹ ਸਾਰੇ ਹੀ ਆਉਂਦੇ ਆ। ਨੰਬਰ 2 ਹੈਗਾ ਵਾ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਤਰੀਕਾ ਇੱਕ ਪੱਤਰ ਦੇ ਦੁਆਰਾ ਭੇਜਣ ਵਾਲੇ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ। ਆਪਾਂ ਪੱਤਰ ਦੇ ਦੁਆਰਾ, ਠੀਕ ਆ ਨਾ, ਸੁਣਨਾ, ਬੋਲਣਾ, ਪੜ੍ਹਨਾ ਜਾਂ ਲਿਖਣਾ। ਪੱਤਰ ਦੇ ਦੁਆਰਾ ਮਤਲਬ ਕਿ ਆਪਾਂ ਪੱਤਰ ਨੂੰ ਲਿਖ ਕੇ ਜਿਹੜਾ ਆਪਣਾ ਸੰਚਾਰ ਆ ਜਿਹੜਾ ਉਹਨੂੰ ਭਾਵ ਪ੍ਰਗਟ ਕਰਦੇ ਹਾਂ। ਤੁਸੀਂ ਫੋਨ 'ਤੇ ਜਾਣਕਾਰੀ ਕਿਵੇਂ ਪ੍ਰਾਪਤ ਕਰਦੇ ਹਾਂ। ਆਪਾਂ ਫੋਨ 'ਤੇ ਬੋਲ ਕੇ ਜਾਣਕਾਰੀ ਪ੍ਰਾਪਤ ਕਰਦੇ ਹਾਂ, ਪੜ੍ਹ ਕੇ, ਲਿਖ ਕੇ। ਪਰ ਆਪਾਂ ਨੂੰ ਜਦੋਂ ਕੋਈ ਕਿਸੇ ਦਾ ਫੋਨ ਆਉਂਦਾ ਤਾਂ ਆਪਾਂ ਸੁਣ ਕੇ ਉਹਦੀ ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰਦੇ ਹਾਂ। ਉਦੋਂ ਬਾਅਦ ਤੁਹਾਡੇ ਮੈਚਿੰਗ ਆ। ਸੰਚਾਰ ਕੀ ਹੈ। ਸੰਚਾਰ ਦਾ ਭਾਵ ਕੀ ਆ। ਹਿੰਦੀ ਵਿੱਚ ਗੱਲ ਕਰਦੇ ਹੋਏ ਜਦੋਂ ਦੂਸਰੇ ਸੰਬੰਧਿਤ ਤਾਲਮੇਲ ਜਾਣਦੇ ਹੋਵੋ। ਸੰਚਾਰ ਭਾਵ ਜਦੋਂ ਆਪਾਂ ਇੱਕ ਦੂਜੇ ਦੇ ਜਿਹੜੇ ਇੱਕ ਦੂਜੇ ਦੀ ਜਾਣਕਾਰੀ ਆ ਜਾਂ ਇੱਕ ਦੂਜੇ ਦੇ ਭਾਵ ਉਹ ਕੀ ਆ, ਸਾਂਝੇ ਕਰਦੇ ਹਾਂ। ਭਾਵਨਾ ਕੀ ਹੁੰਦੀ, ਕਿਤਾਬ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਦੋਂ ਉਹੀ ਕਮਰਾ ਅੰਦਰ ਕੋਈ ਹੋਰ TV ਦੇਖ ਰਿਹਾ ਹੋਵੇ। ਨੰਬਰ 2, ਵਾਤਾਵਰਨ। ਮਾਪੇ ਬੱਚਿਆਂ ਨਾਲ ਗੱਲ ਨਹੀਂ ਕਰਦੇ। ਸੱਭਿਆਚਾਰ। ਕੁਝ ਸੱਭਿਆਚਾਰ ਦੇ ਵਿੱਚ ਜੁੱਤੀਆਂ ਪਹਿਨ ਕੇ ਰਸੋਈ ਦੇ ਅੰਦਰ ਤੁਰਨਾ ਕਠੋਰ ਬੇਇੱਜ਼ਤੀ। ਸੱਭਿਆਚਾਰ ਦੇ ਵਿੱਚ ਕੀ ਹੈ, ਕਈ ਵਾਰ ਹੁੰਦਾ ਸੱਭਿਆਚਾਰ ਦੇ ਵਿੱਚ ਆਪਣੇ ਰੀਤੀ ਰਿਵਾਜ ਬਣੇ ਹੁੰਦੇ ਆ, ਉਹਦੇ ਨਾਲ ਰਿਲੇਟਡ ਹੋ ਗਿਆ। ਵਾਤਾਵਰਨ ਭਾਵ ਕੀ ਹੈ। ਵਾਤਾਵਰਨ ਜਿਵੇਂ ਹੁਣ ਆਪਣੇ ਆਲੇ ਦੁਆਲੇ ਦੇ ਵਿੱਚ ਆਪਾਂ ਆਪਣਾ ਖੇਡੀ ਜਾਂਦੇ, ਆਪਣੇ ਪੇਰੈਂਟਸ ਅਲੱਗ ਕੰਮ ਕਰਦੇ, ਮਤਲਬ ਆਪਣਾ ਕੋਈ ਆਪਸੀ ਗੱਲ ਨਾ ਹੁੰਦੀ ਹੋਵੇ। ਵਾਤਾਵਰਨ ਦਾ ਮਤਲਬ ਸੰਚਾਰ ਦੇ ਵਿੱਚ ਇਹ ਨਹੀਂ ਹੈਗਾ ਕਿ ਆਪਾਂ ਵੀ ਵਾਤਾਵਰਨ ਨੂੰ ਦੇਖਣਾ ਵਾ, ਵੀ ਧੁੱਪ ਛਾਂ, ਇਹ ਨਹੀਂ। ਆਪਾਂ ਆਪਣੇ ਆਲੇ ਦੁਆਲੇ ਦਾ ਵਾਤਾਵਰਨ ਦੇਖਣਾ। ਜਿਵੇਂ ਹੁਣ ਆਪਾਂ ਬੈਠੇ ਆਪਣੇ ਆਲੇ ਦੁਆਲੇ ਕੋਈ ਗੱਲਬਾਤ ਕਰਦਾ ਵਾ ਜਾਂ ਆਪਣੇ ਆਲੇ ਦੁਆਲੇ ਕੋਈ ਕਿਸ ਤਰ੍ਹਾਂ ਦਾ ਮਾਹੌਲ, ਆਪਾਂ ਇਹ ਚੀਜ਼ ਦੇਖਣੀ ਹੈ। ਇਹ ਤੋਂ ਬਾਅਦ ਤੁਹਾਡੇ ਆ ਜਾਣਗੇ ਕੁਝ ਉਦਾਹਰਨਾਂ ਵਾ, ਜਿਵੇਂ ਸਪਸ਼ਟ ਸੰਚਾਰ।
ਸਪਸ਼ਟ ਸੰਚਾਰ ਮੌਜੂਦ ਹੁੰਦਾ ਹੈ ਜਦੋਂ ਪ੍ਰਾਪਤ ਕੀਤਾ ਸੰਦੇਸ਼ ਉਸ ਸੰਦੇਸ਼ ਦੇ ਸਮਾਨ ਹੁੰਦਾ ਹੈ ਜਿਸ ਨੂੰ ਭੇਜਣ ਦਾ ਉਦੇਸ਼ ਸੀ। ਸਪਸ਼ਟ ਸੰਚਾਰ ਕੀ ਆ ਵੀ ਜਿਹੜਾ ਆਪਾਂ ਆਪਣਾ ਜਿਹੜਾ ਕੰਮ ਆ ਜਾਂ ਆਪਣੀ ਜਿਹੜੀ ਜਾਣਕਾਰੀ ਆ ਦੂਜਿਆਂ ਨੂੰ ਸਹੀ ਤਰੀਕੇ ਦੇ ਨਾਲ ਸਪਸ਼ਟ ਤੌਰ 'ਤੇ ਉਹਨਾਂ ਨੂੰ ਭੇਜਤੀ, ਜਿਵੇਂ ਆਪਾਂ ਚਾਹੁੰਦੇ ਸੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਉਹ ਜਿਹੜੀ ਜਾਣਕਾਰੀ ਆ ਪ੍ਰਾਪਤ ਹੋਈ ਆ। ਸੰਪੂਰਨ ਸੰਚਾਰ ਉਚਿਤ ਜਾਗਰੂਕਤਾ, ਸਹੀ ਜ਼ੁਬਾਨੀ ਪ੍ਰਗਟਾਵੇ ਅਤੇ ਕਿਰਿਆਸ਼ੀਲ ਸੁਣਨ ਦੀ ਪ੍ਰਕਿਰਿਆ। ਸੰਪੂਰਨ ਸੰਚਾਰ, ਸੰਪੂਰਨ ਮਤਲਬ ਕਿ ਜਿਹੜੀ ਆਪਾਂ ਗੱਲ ਨੂੰ ਪੂਰੇ ਤਰੀਕੇ ਦੇ ਨਾਲ, ਪੂਰੀ ਗੱਲ ਜਿਵੇਂ ਆਪਾਂ ਨੂੰ ਪਤਾ ਆਪਾਂ ਉਵੇਂ ਹੀ ਉਹਨੂੰ ਉਹ ਗੱਲ ਸਮਝਾਉਣੀ, ਉਹ ਹੁੰਦੀ ਆ ਸੰਪੂਰਨ ਸੰਚਾਰ। ਆਪਣੀ ਕਿਰਿਆ, ਆਪਣੀ ਭਾਸ਼ਾ, ਆਪਣੀ ਜ਼ੁਬਾਨੀ ਉਸ ਤਰੀਕੇ ਦੇ ਨਾਲ, ਮਤਲਬ ਜਿਹੜੀ ਉਹਨੂੰ ਜਿਵੇਂ ਦੀ ਆਪਣੀ ਗੱਲ ਆ ਉਵੇਂ ਹੀ ਅਗਲੇ ਨੂੰ ਉਹ ਗੱਲ ਬਾਰੇ ਪਤਾ ਚੱਲੇ, ਉਸ ਬਾਰੇ ਉਹਨੂੰ ਜਾਣਕਾਰੀ ਮਿਲੇ। ਇਹ ਤੋਂ ਬਾਅਦ ਹੀ ਇਹਦੇ ਪਾਠ 'ਚ ਲੈਸਨ ਨੰਬਰ ਤੁਹਾਡਾ ਇਹ ਫਸਟ ਹੀ ਆ, ਬਟ ਇਹਦੇ ਨਾਲ ਦਾ ਹੀ ਇਹ ਪਾਰਟ ਵਾ। ਸੰਚਾਰ ਤੋਂ ਕੀ ਭਾਵ ਹੈ? ਸੰਚਾਰ ਸ਼ਬਦ ਮੈਂ ਤੁਹਾਨੂੰ ਆਲਰੇਡੀ ਕਰਾ ਹੀ ਚੁੱਕੀ ਹਾਂ, ਲਤੀਨੀ ਭਾਸ਼ਾ ਸ਼ਬਦ ਤੋਂ ਆਇਆ ਜਿਸ ਦਾ ਅਰਥ ਸਾਂਝਾ ਕਰਨਾ, ਮਤਲਬ ਆਪਣੇ ਵਿਚਾਰਾਂ ਨੂੰ ਸਾਂਝਾ ਕਰਨਾ। ਸੰਚਾਰ ਦੀ ਮਹੱਤਤਾ ਕੀ ਹੈ? ਜਾਣਕਾਰੀ, ਪ੍ਰਭਾਵ ਜਾਂ ਆਪਣੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਪ੍ਰਗਟ ਕਰਨਾ। ਸੰਚਾਰ ਭਾਵ ਕੀ ਹੁੰਦਾ? ਜਿਹੜੇ ਆਪਾਂ ਨੂੰ ਜਾਣਕਾਰੀ ਪਤਾ ਵਾ ਉਹਦੇ ਬਾਰੇ 'ਚ ਆਪਾਂ ਦੂਜਿਆਂ ਨੂੰ ਜਾਣਕਾਰੀ ਦੇਣਾ, ਆਪਣੇ ਭਾਵਾਂ ਨੂੰ ਉਹਨਾਂ ਦੇ ਜ਼ਰੀਏ ਪ੍ਰਗਟ ਕਰਨਾ। ਸੰਚਾਰ ਦ੍ਰਿਸ਼ਟੀਕੋਣ, ਸੰਚਾਰ ਦ੍ਰਿਸ਼ਟੀਕੋਣ ਵਿਚਾਰਾਂ ਜਾਂ ਸੋਚਣ ਦੀ ਨਿਰਧਾਰਿਤ ਢੰਗ ਹੈ। ਕਈ ਵਾਰ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰਦੇ ਆ। ਭਾਵ ਕੀ ਹੈ? ਜਿਹੜੇ ਆਪਾਂ ਦ੍ਰਿਸ਼ਟੀਕੋਣ ਆ ਉਹਨਾਂ ਨੂੰ ਦੂਜਿਆਂ ਦੇ ਜਿਹੜੇ ਦੂਜਿਆਂ ਨੂੰ ਆਪਾਂ ਮਤਲਬ ਉਹਨਾਂ ਦੇ ਬਾਰੇ ਜਾਣਕਾਰੀ ਦੇਣਾ, ਉਹ ਕਾਹਦੇ ਨਾਲ ਹੋਊਗੀ? ਸੰਚਾਰ ਦੇ ਨਾਲ, ਆਪਸੀ ਕਮਿਊਨੀਕੇਸ਼ਨ ਦੇ ਨਾਲ, ਆਪਸੀ ਸਾਂਝ ਦੇ ਨਾਲ, ਆਪਸੀ ਤਾਲਮੇਲ ਦੇ ਨਾਲ ਹੋਊਗੀ। ਦ੍ਰਿਸ਼ਟੀਕੋਣ ਦੇ ਕੁਝ ਕੁ ਪ੍ਰਭਾਵ ਕੀ ਆ? ਪੱਖਪਾਤ ਹੁੰਦਾ ਵਾ ਵੀ ਜਿਵੇਂ ਕਿਸੇ ਦੇ ਨਾਲ ਆਪਾਂ ਕਹਿ ਦਿੰਦੇ ਨਾ ਪੱਖ ਕਰ ਲਾਂ, ਵੀ ਇੱਕ ਦੀ ਗੱਲ ਨੂੰ ਆਪਾਂ ਸਹੀ ਕਰਨਾ, ਦੂਜੇ ਦੀ ਗੱਲ ਨੂੰ ਸੁਣਨਾ ਹੀ ਨਹੀਂ। ਸਿਰਫ ਜਿਵੇਂ ਹੁਣ ਦੋ ਜਣਿਆਂ ਦਾ ਆਪਸ 'ਚ, ਜਿਵੇਂ ਫੋਰ ਐਗਜ਼ਾਮਪਲ ਕਲਾਸ ਦੇ ਵਿੱਚ ਦੋ ਬੱਚਿਆਂ ਦਾ ਝਗੜਾ ਹੋ ਗਿਆ, ਸਿਰਫ ਆਪਾਂ ਇੱਕ ਬੱਚੇ ਦੀ ਗੱਲ ਸੁਣੀ ਆ, ਦੂਜੇ ਦੀ ਗੱਲ ਨੂੰ ਨਹੀਂ ਸੁਣਿਆ, ਉੱਥੇ ਉਹ ਕੀ ਚੀਜ਼ ਆ ਜਾਂਦੀ ਆ? ਪੱਖਪਾਤ ਆ ਜਾਂਦਾ ਵਾ। ਭਾਵਨਾਵਾਂ ਹੋ ਗਈਆਂ, ਵਾਤਾਵਰਨ, ਨਿੱਜੀ ਕਾਰਕ, ਪਿਛਲੇ ਤਜਰਬੇ, ਇਹ ਵੀ ਕੀ ਇਹਦੇ ਵਿੱਚ ਦ੍ਰਿਸ਼ਟੀਕੋਣ 'ਚ ਹੀ ਆ ਜਾਂਦੇ ਆ। ਪ੍ਰਭਾਵਸ਼ਾਲੀ ਸੰਚਾਰ ਕੀ ਆ? ਜਦੋਂ ਅਸੀਂ ਪੇਸ਼ੇਵਰ ਸੰਚਾਰ ਮੁਹਾਰਤਾਂ ਅਤੇ ਮੁੱਢਲੇ ਸਿਧਾਂਤਾਂ ਦੀ ਪਾਲਣਾ ਕਰਦੇ ਹਾਂ। ਸੰਖੇਪ ਦੇ ਰੂਪ ਦੇ ਵਿੱਚ ਭਾਵ ਸਪਸ਼ਟ, ਸੰਧੀ, ਕੰਕਰੀਟ, ਸਹੀ, ਸੰਯੋਗ, ਸੰਪੂਰਨ ਅਤੇ ਸ਼ਿਸ਼ਟਾਚਾਰ ਦੇ ਵਜੋਂ ਦਰਸਾਇਆ ਗਿਆ ਵਾ। ਜਿਵੇਂ ਕਿ ਇਹ ਪੂਰਾ ਜਿਹੜਾ ਹੈਗਾ ਵਾ ਵੀ ਆਪਾਂ ਕਿਸੇ ਚੀਜ਼ ਨੂੰ ਕਲੀਅਰ ਕਰਦੇ ਹਾਂ, ਕੌਨਸੀਡਰੇਟ, ਕਰੈਕਟ ਕਰਦੇ ਹਾਂ, ਕੰਪਲੀਟ ਕਰਦੇ, ਮਤਲਬ ਹੁੰਦਾ ਸੰਚਾਰ ਦੇ ਵਿੱਚ ਇੱਕ ਤਾਂ ਇਹ ਹੁੰਦਾ ਵੀ ਆਪਾਂ ਆਪਣੀ ਜਾਣਕਾਰੀ ਦੇਤੀ ਆ, ਪੂਰੀ ਕੰਪਲੀਟ ਜਾਣਕਾਰੀ ਦਿੱਤੀ ਹੈ, ਬਟ ਕੰਪਲੀਟ ਜਾਣਕਾਰੀ ਦੇ ਨਾਲ ਨਾਲ ਕੀ ਹੁੰਦਾ ਵੀ ਉਹ ਜਿਹੜੀ ਜਾਣਕਾਰੀ ਆਪਣੀ ਕਲੀਅਰ ਹੋਵੇ, ਜਿਹੜਾ ਆਪਣਾ ਕੰਸੈਪਟ ਆ ਉਹ ਪੂਰਾ ਸਪਸ਼ਟ ਹੋਵੇ, ਜਿਹੜੀ ਚੀਜ਼ ਆਪਾਂ ਕਹਿਣਾ ਚਾਹੁੰਦੇ ਹਾਂ ਉਹ ਦੂਸਰੇ ਪਰਸਨ ਤੱਕ ਪੂਰੇ ਹੀ ਸਹੀ ਤਰੀਕੇ ਦੇ ਨਾਲ ਪਹੁੰਚ ਜਾਵੇ, ਤਾਂ ਕਿ ਉਹਨੂੰ ਜਿਹੜੀ ਚੀਜ਼ ਆਪਾਂ ਕਹਿਣਾ ਚਾਹੁੰਦੇ ਉਹਨੂੰ ਉਹ ਪੂਰੀ ਸਹੀ ਕਲੀਅਰ ਸਮਝ ਆ ਜਾਵੇ ਵੀ ਆਪਾਂ ਕਿਹੜੀ ਜਾਣਕਾਰੀ ਉਹਨੂੰ ਦੇ ਰਹੇ ਹਾਂ। ਉਦੋਂ ਬਾਅਦ ਆਊਗਾ ਸੰਚਾਰ ਦੇ ਤੱਤ। ਸੰਚਾਰ ਜਾਣਕਾਰੀ ਦੇ ਦੋ ਪਾਸਿਆਂ ਦਾ ਵਟਾਂਦਰਾ ਹੁੰਦਾ ਹੈ, ਭਾਵ ਦੇਖਣਾ ਅਤੇ ਪ੍ਰਾਪਤ ਕਰਨਾ, ਕਿਸੇ ਨੂੰ ਬੋਲਣਾ ਅਤੇ ਲਿਖਣਾ, ਜਾਣਕਾਰੀ ਦੇਣਾ ਆਦਿ। ਭਾਵ ਕੀ ਹੁੰਦਾ? ਦੋ ਪਾਸਿਆਂ ਦਾ ਕਿਵੇਂ ਹੋ ਗਿਆ? ਇੱਕ ਜਾਣਾ ਜਿਹੜਾ ਜਾਣਕਾਰੀ ਦੇ ਰਿਹਾ, ਦੂਸਰਾ ਜਾਣਕਾਰੀ ਪ੍ਰਾਪਤ ਕਰ ਰਿਹਾ, ਠੀਕ ਆ ਨਾ। ਜਿਵੇਂ ਹੁਣ ਇੱਕ ਜਾਣਾ ਆਪਾਂ ਨੂੰ ਸੁਣ ਰਿਹਾ, ਇੱਕ ਜਾਣਾ ਬੋਲ ਰਿਹਾ। ਜਿਵੇਂ ਹੁਣ ਮੈਂ ਬੋਲ ਕੇ ਤੁਹਾਨੂੰ ਆਪਣੇ ਇਸ ਲੈਸਨ ਦੇ ਬਾਰੇ 'ਚ ਦੱਸ ਰਹੀ ਹਾਂ ਅਤੇ ਤੁਸੀਂ ਉਹਨੂੰ ਕੀ ਸੁਣ ਕੇ ਉਹਦੀ ਜਾਣਕਾਰੀ ਜਿਹੜੀ ਆ ਕਿ ਲੈ ਰਹੇ ਹਾਂ। ਕੀ ਭਾਸ਼ਾ ਸੰਚਾਰ ਵਿੱਚ ਰੁਕਾਵਟ ਬਣ ਸਕਦੀ ਹੈ? ਹਾਂ, ਇਹ ਸਹੀ ਆ। ਭਾਸ਼ਾ ਰੁਕਾਵਟ ਕਿਵੇਂ ਬਣ ਸਕਦੀ ਹੈ? ਜਿਵੇਂ ਕਿ ਆਪਾਂ ਗਲਤ ਸ਼ਬਦ, ਅਣਜਾਣ ਭਾਸ਼ਾ ਅਤੇ ਵਿਸਥਾਰ ਦੀ ਘਾਟ ਦੀ ਵਰਤੋਂ ਦੇ ਮਾਮਲੇ ਵਿੱਚ ਭਾਸ਼ਾ ਜੋ ਗੱਲ ਦੱਸਣੀ ਚਾਹੁੰਦੇ ਹਾਂ ਜਾਂ ਸੰਚਾਰਿਤ ਕਰਨ ਵਿੱਚ ਰੁਕਾਵਟ ਦੇ ਵਜੋਂ ਕੰਮ ਕਰਦੀ ਹੈ। ਭਾਵ ਕੀ ਆ? ਜਿਵੇਂ ਹੁਣ ਭਾਸ਼ਾ ਜੇ ਆਪਾਂ ਉਹਦੇ ਵਿੱਚ ਥੋੜ੍ਹੇ ਬਹੁਤੇ ਗਲਤ ਸ਼ਬਦ ਵਰਤਾਂਗੇ ਤਾਂ ਉਹਦਾ ਪ੍ਰਭਾਵ ਗਲਤ ਪਊਗਾ, ਲੈਂਗੁਏਜ ਸਹੀ ਨਹੀਂ ਹੋਊਗੀ। ਦੂਸਰਾ ਕੀ ਆ? ਅਣਜਾਣ ਭਾਸ਼ਾ, ਭਾਵ ਜਿਵੇਂ ਹੁਣ ਕੋਈ ਹੋਰ ਪਰਸਨ ਆ, ਉਹਨੂੰ ਲੈਂਗੁਏਜ ਪੰਜਾਬੀ ਆਉਂਦੀ ਆ, ਉਹਨੂੰ ਇਹ ਲੈਂਗੁਏਜ ਹਿੰਦੀ ਆਉਂਦੀ ਆ, ਬਟ ਆਪਾਂ ਉਹਨੂੰ ਹਿੰਦੀ ਪੰਜਾਬੀ ਤੋਂ ਬਿਨਾਂ ਉਹਨੂੰ ਹੋਰ ਕੋਈ ਲੈਂਗੁਏਜ ਨਹੀਂ ਆਉਂਦੀ, ਪਰ ਜੇ ਆਪਾਂ ਉਹਨੂੰ ਇੰਗਲਿਸ਼ 'ਚ ਮੈਂ ਦੱਸੀ ਜਾਵਾਂ ਜਾਂ ਕਿਸੇ ਹੋਰ ਲੈਂਗੁਏਜ ਦੇ ਵਿੱਚ, ਮਲਵਈ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਲੈਂਗੁਏਜ ਦੇ ਵਿੱਚ ਮੈਂ ਦੱਸਾਂ ਤਾਂ ਉਹ ਕੀ ਹੋ ਗਿਆ? ਭਾਸ਼ਾ ਦੀ ਇੱਕ ਰੁਕਾਵਟ ਹੋ ਗਈ, ਕਿਉਂਕਿ ਉਹ ਮੈਂ ਗੱਲ ਉਹਨੂੰ ਕਲੀਅਰ ਕਰਤੀ, ਬਟ ਉਹਨੂੰ ਇਹ ਲੈਂਗੁਏਜ ਆ ਨਹੀਂ ਰਹੀ ਸੀਗੀ, ਉਹਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਲੱਗਾ। ਸੱਭਿਆਚਾਰ ਸੰਚਾਰ ਵਿੱਚ
ਕਿਵੇਂ ਪ੍ਰਭਾਵਿਤ ਕਰ ਸਕਦਾ? ਚਿੰਨ੍ਹ ਜਿਨ੍ਹਾਂ ਦਾ ਵੱਖੋ ਵੱਖਰੇ ਸੱਭਿਆਚਾਰ ਵਿੱਚ ਵੱਖਰਾ ਵੱਖਰਾ ਅਰਥ ਹੁੰਦਾ ਹੈ, ਜਿਵੇਂ ਕਿ ਇੱਕ ਅੰਗੂਠਾ ਦਿਖਾਉਣ ਦਾ ਅਰਥ ਹੈ ਚੰਗੀ ਨੌਕਰੀ, ਕੁਝ ਲੋਕਾਂ ਦੇ ਲਈ ਕੀਤੀ ਜਾ ਸਕਦੀ ਪਰ ਦੂਜਿਆਂ ਦਾ ਅਪਮਾਨ ਹੋ ਸਕਦਾ ਹੈ। ਭਾਵ ਕੀ ਹੈ? ਜਿਵੇਂ ਆਪਾਂ ਉੱਪਰ ਨੂੰ ਅੰਗੂਠਾ ਖੜਾ ਕਰਦੇ ਆਪਾਂ, ਜਿਵੇਂ ਕਿਸੇ ਨੇ ਕੋਈ ਸਹੀ ਕੰਮ ਕੀਤਾ ਆਪਾਂ ਉਹ ਅੰਗੂਠੇ ਦਾ ਸਾਈਨ ਅਗਲੇ ਨੂੰ ਦਿੰਦੇ ਹਾਂ ਵੀ ਵੈਲ ਡਨ, ਬਹੁਤ ਵਧੀਆ। ਪਰ ਜਿਹੜਾ ਬੰਦਾ ਦੂਸਰਾ ਨਾਲ ਦਾ, ਉਹਨੂੰ ਇਹ ਹੁੰਦਾ ਵੀ ਦੂਜੇ ਦੇ ਲਈ ਹੋ ਸਕਦਾ ਉਹਨੂੰ ਇਹ ਚੀਜ਼ ਬੁਰੀ ਲੱਗੇ। ਕੁਝ ਕੁ ਥਾਵਾਂ 'ਤੇ ਆਪਣੀਆਂ ਭਾਸ਼ਾਵਾਂ ਦੇ ਰੀਤੀ ਰਿਵਾਜ, ਜਿਵੇਂ ਆਪਣੇ ਹੋਰ ਚੀਜ਼ ਆ, ਉਹੀ ਪਰਸਨ ਦੇ ਲਈ ਉਹ ਚੀਜ਼ ਡਿਫਰੈਂਟ ਹੋਵੇ, ਆਪਣੇ ਲਈ ਉਹ ਚੀਜ਼ ਸਹੀ ਹੋਵੇ ਬਟ ਉਹਦੇ ਲਈ ਉਹ ਚੀਜ਼ ਕੀ ਆ, ਗਲਤ ਹੁੰਦੀ ਆ। ਵਿਜ਼ੂਅਲ ਧਾਰਨਾ ਦੇ ਸੰਚਾਰ ਵਿੱਚ ਕਿਵੇਂ ਪ੍ਰਭਾਵਿਤ ਹੁੰਦੀ ਹੈ? ਵਿਜ਼ੂਅਲ ਧਾਰਨਾ ਦਿਮਾਗ ਦੀ ਹੀ ਇੱਕ ਸਮਝਣ ਦੀ ਯੋਗਤਾ ਹੈ ਜੋ ਅਸੀਂ ਆਪਣੀਆਂ ਅੱਖਾਂ ਦੇ ਰਾਹੀਂ ਜੋ ਵੇਖਦੇ ਹਾਂ। ਉਦਾਹਰਨ ਦੇ ਲਈ ਅੰਸ਼ਿਕ ਰੂਪ ਦੇ ਨਾਲ ਖਿੱਚੀਆਂ ਗਈਆਂ ਤਸਵੀਰਾਂ ਨੂੰ ਦ੍ਰਿਸ਼ਟੀਕੋਣ ਨਾਲ ਪੂਰਾ ਕਰਕੇ ਜਦੋਂ ਉਹ ਕਿਸੇ ਹੋਰ ਹੋ ਸਕਦੀਆਂ ਹਨ। ਭਾਵ ਕੀ ਹੈ? ਦ੍ਰਿਸ਼ਟੀਕੋਣ ਦੇ ਭਾਵ ਮਤਲਬ ਕਿ ਜਿਹੜੀਆਂ ਆਪਾਂ ਚੀਜ਼ਾਂ ਦੇਖੀਆਂ, ਆਪਾਂ ਉਹਨਾਂ ਨੂੰ ਦੇਖੀਆਂ ਨੂੰ ਹੀ ਉਸ ਤਰੀਕੇ ਨਾਲ ਦੱਸ ਦਿੱਤਾ ਜਾਵੇ, ਹੈ ਨਾ। ਇਹਦੇ 'ਚ ਬਹੁ ਵਿਕਲਪੀ ਕੁਐਸਚਨਸ ਆਉਣਗੇ। ਸੰਚਾਰ ਕੀ, ਇਹ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਆ ਚੁੱਕੇ ਆ ਬੱਚੇ। ਬਲੈਂਕਸ ਆ, ਇਹ ਤੁਸੀਂ ਇੱਥੋਂ ਹੀ ਕਰ ਲਿਓ। ਪ੍ਰਭਾਵਸ਼ਾਲੀ ਸੰਚਾਰ ਲਈ ਵਧੀਆ ਪੜ੍ਹਨਾ, ਲਿਖਣਾ, ਬੋਲਣਾ, ਸੁਣਨਾ ਵੀ ਜ਼ਰੂਰੀ। ਮਤਲਬ ਇੱਕ ਸੰਚਾਰ ਦੇ ਵਿੱਚ ਸਿਰਫ ਬੋਲ ਕੇ ਦੱਸਣ ਦੇ ਨਾਲੋਂ ਸਮਝਣਾ, ਪੜ੍ਹਨਾ, ਲਿਖਣਾ ਵੀ ਸੰਚਾਰ ਦੇ ਹੀ ਪ੍ਰਭਾਵਸ਼ਾਲੀ ਜਿਹੜੇ ਕੀ ਆ ਤਰੀਕੇ ਮੰਨੇ ਜਾਂਦੇ ਆ। ਦ੍ਰਿਸ਼ਟੀਕੋਣ ਜਾਣਕਾਰੀ ਦੋ ਪਾਸਿਆਂ ਦਾ ਵਟਾਂਦਰਾ ਕੀ ਹੁੰਦਾ? ਦੋ ਪਾਸਿਆਂ ਦਾ ਹੁੰਦਾ ਵੀ ਇੱਕ ਜਾਣੇ ਨੇ ਵਿਚਾਰਾਂ ਨੂੰ ਦਿੱਤਾ, ਦੂਸਰੇ ਜਾਣੇ ਨੇ ਵਿਚਾਰਾਂ ਨੂੰ ਸਮਝਿਆ, ਭਾਵ ਪ੍ਰਾਪਤ ਕੀਤਾ। ਡੈਸ਼ ਵਿਚਾਰਾਂ ਵਿੱਚ ਕਈ ਸੰਚਾਰ ਨੂੰ ਪ੍ਰਭਾਵਿਤ ਕਰਦੇ ਆ। ਦ੍ਰਿਸ਼ਟੀਕੋਣ ਪ੍ਰਭਾਵਸ਼ਾਲੀ ਸੰਚਾਰ ਲਈ ਡੈਸ਼ ਮਹਾਰਤ ਹੋਣੀ ਚਾਹੀਦੀ ਹੈ। 7C ਪ੍ਰਭਾਵਸ਼ਾਲੀ ਮਤਲਬ 7C ਦਾ ਮਤਲਬ ਕੀ ਆ? ਆਪਾਂ ਨੂੰ ਸਾਰੀਆਂ ਚੀਜ਼ਾਂ ਬੋਲ ਕੇ, ਲਿਖ ਕੇ, ਪੜ੍ਹ ਕੇ, ਫੋਨ ਦੇ ਜ਼ਰੀਏ ਜਿਵੇਂ ਵੀ ਆਪਾਂ ਜਾਣਕਾਰੀ ਦੇ ਸਕਦੇ ਹਾਂ ਜਾਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਸੰਚਾਰ ਲਾਤੀਨੀ ਭਾਸ਼ਾ ਦੇ ਸ਼ਬਦ ਸੰਚਾਰ ਤੋਂ ਹੀ ਮਿਲਿਆ ਵਾ। ਉਹ ਤੋਂ ਬਾਅਦ ਟਰੂ ਫਾਲਸ ਆ। ਪ੍ਰਭਾਵਸ਼ਾਲੀ ਸੰਚਾਰ ਦੇ ਲਈ ਵਧੀਆ ਪੜ੍ਹਨ, ਲਿਖਣ, ਬੋਲਣਾ ਅਤੇ ਸੁਣਨਾ ਜ਼ਰੂਰੀ ਹੈ। ਸਹੀ। ਭਾਵ ਕਿ ਜੇ ਆਪਾਂ ਚਾਹੁੰਦੇ ਹਾਂ ਆਪਣਾ ਜਿਹੜਾ ਸੰਚਾਰ ਆ, ਆਪਾਂ ਆਪਦੇ ਲੈਸਨ ਨੂੰ ਜਿਹੜੀ ਆਪਸੀ ਗੱਲਬਾਤ ਆ ਜਾਂ ਆਪਸੀ ਜ਼ਰੀਏ ਮੈਂ ਤੁਹਾਨੂੰ ਸਮਝਾਉਂਗੀ, ਉਹਦੇ 'ਚ ਜਿਹੜਾ ਆਪਣਾ ਲਿਖਣ ਦਾ ਢੰਗ, ਆਪਣੇ ਬੋਲਣ ਦਾ ਢੰਗ, ਆਪਣੇ ਦੱਸਣ ਦਾ ਢੰਗ ਅਤੇ ਉਦੋਂ ਅੱਗੇ ਜਿਹੜਾ ਪ੍ਰਾਪਤ ਕਰਤਾ ਦਾ ਜਿਹੜਾ ਢੰਗ ਉਹ ਸਹੀ ਹੋਣਾ ਚਾਹੀਦਾ ਹੈ। ਪ੍ਰਭਾਵਸ਼ਾਲੀ ਸੰਚਾਰ ਲਈ 7C ਦੀ ਮਹਾਰਤ ਹੋਣੀ ਚਾਹੀਦੀ ਹੈ। ਜ਼ਰੂਰ, ਕਿਉਂਕਿ ਪ੍ਰਭਾਵਸ਼ਾਲੀ ਦੇ ਵਿੱਚ 7 ਦੇ 7 ਹੀ ਜਿਹੜੇ ਤਰੀਕੇ ਆ ਉਹ ਕੀ ਆ, ਉਹ ਆ ਜਾਂਦੇ ਆ। ਕੀ ਦ੍ਰਿਸ਼ਟੀਕੋਣ ਦੇ ਵਿਚਾਰ ਸਾਡੇ ਪ੍ਰਭਾਵਸ਼ਾਲੀ ਸੰਚਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ? ਸਹੀ। ਕੀ ਸੰਚਾਰ ਸ਼ਬਦ ਲਾਤੀਨੀ ਭਾਸ਼ਾ ਦੇ ਸੰਚਾਰ ਤੋਂ ਵਿਕਸਿਤ ਹੋਇਆ? ਸਹੀ। ਭਾਸ਼ਾ ਸਾਡੇ ਸੰਚਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਗਲਤ। ਕਿਉਂ? ਕਿਉਂਕਿ ਭਾਸ਼ਾ ਹੀ ਆਪਣੇ ਸੰਚਾਰ ਨੂੰ ਪ੍ਰਭਾਵਿਤ ਕਰਦੀ ਹੈ। ਜੇ ਆਪਾਂ ਕੋਈ ਵੀ ਆਪਣਾ ਸੰਦੇਸ਼ ਆ ਉਹਨੂੰ ਬੋਲ ਕੇ ਦਿੰਦੇ ਹਾਂ, ਆਪਣੀ ਮਤਲਬ ਭਾਸ਼ਾ ਦੇ ਵਿੱਚ ਉਸ ਨੂੰ ਕਰਦੇ, ਜੇ ਆਪਣੀ ਭਾਸ਼ਾ ਸਹੀ ਹੋਊਗੀ, ਸਪਸ਼ਟ ਹੋਊਗੀ, ਕਲੀਅਰ ਹੋਊਗੀ ਤਾਂ ਉਹ ਬੰਦੇ ਨੂੰ ਕੀ ਆ, ਜਿਹਨੂੰ ਆਪਾਂ ਦੇਣਾ ਚਾਹੁੰਦੇ ਆਪਣਾ ਸੰਦੇਸ਼, ਉਹ ਸਹੀ ਤਰੀਕੇ ਨਾਲ ਪ੍ਰਾਪਤ ਕਰ ਲੂਗਾ। ਪਰ ਜੇ ਆਪਣੀ ਭਾਸ਼ਾ ਹੀ ਗਲਤ ਹੋਊਗੀ ਤਾਂ ਉਹ ਕੀ ਆਪਣਾ ਜਿਹੜਾ ਵਿਚਾਰ ਆ ਜਾਂ ਆਪਣੇ ਜਿਹੜੇ ਭਾਵਨਾਵਾਂ ਅਗਲੇ ਨੂੰ ਦੱਸ ਰਹੇ ਤਾਂ ਉਹ ਸਪਸ਼ਟ ਕਲੀਅਰ ਨਹੀਂ ਹੋਣਗੀਆਂ। ਬੱਚੇ ਤੁਹਾਡਾ ਪੂਰਾ ਫਸਟ ਚੈਪਟਰ ਆ, ਇਹਨੂੰ ਤੁਸੀਂ ਕੰਪਲੀਟ ਕਰਨਾ ਕਾਪੀਜ਼ ਦੇ ਵਿੱਚ ਧਿਆਨ ਦੇ ਨਾਲ, ਅਤੇ ਜੋ ਚੀਜ਼ ਦੀ ਨਹੀਂ ਸਮਝ ਆਈ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਥੈਂਕ ਯੂ।